ਅੱਜ ਕਿਸੇ ਵੀ ਸੂਬੇ 'ਚ ਨਹੀਂ ਹੋਵੇਗੀ ਮੌਕ ਡਰਿਲ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸਾਰੇ ਸੂਬਿਆਂ 'ਚ ਅਭਿਆਸ ਮੁਲਤਵੀ। ਪੰਜਾਬ ਸਮੇਤ ਕਈ ਸੂਬਿਆਂ 'ਚ ਹੋਣਾ ਸੀ ਆਪਰੇਸ਼ਨ ਸ਼ੀਲਡ। ਲੁਧਿਆਣਾ ਵੈਸਟ ਜ਼ਿਮਨੀ ਚੋਣ ਲਈ ਅੱਜ ਨੋਮੀਨੇਸ਼ਨ ਦਾਖਲ ਕਰਨਗੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ। ਰਾਜਾ ਵੜਿੰਗ ਦੀ ਹਾਜ਼ਰੀ ਤੇ ਸਭ ਦੀ ਨਜ਼ਰ। ਅਕਾਲੀ ਕੈਂਡੀਡੇਟ ਪਰਉਪਕਾਰ ਸਿੰਘ ਘੁੰਮਣ ਵੀ ਭਰਨਗੇ ਨਾਮਜ਼ਦਗੀ। ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਬਠਿੰਡਾ ਦੌਰਾ। ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਲੋਕਾਂ ਨਾਲ ਕਰਨਗੇ ਮੁਲਾਕਾਤ। ਲੋਕਾਂ ਦੇ ਮਾਮਲਿਆਂ ਦਾ ਕਰਾਂਗੇ ਹੱਲ। ਬਾਗੇਸ਼ਵਰ ਡੈਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦਾ ਪੰਜਾਬ ਨੂੰ ਲੈ ਕੇ ਵੱਡਾ ਬਿਆਨ। ਕਿਹਾ ਪੰਜਾਬ ਬਣਿਆ ਵਿਦੇਸ਼ੀ ਤਾਕਤਾਂ ਦਾ ਅੱਡਾ। ਲੋਕਾਂ ਨੂੰ ਜਾਗਣ ਦੀ ਲੋੜ। ਵੱਡੇ ਪੱਧਰ ਤੇ ਹੋ ਰਿਹਾ ਧਰਮ ਪਰਿਵਰਤਨ। ਨਹੀਂ ਰਹੇ ਅਕਾਲੀ ਦਲ ਦੇ ਸਾਬਕਾ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ। ਮੋਹਾਲੀ ਦੇ ਫੋਰਟਿਸ ਹਸਪੀਟਲ 'ਚ ਲਏ ਆਖਰੀ ਸਾਹ। ਕੱਲ ਹੋਵੇਗਾ ਅੰਤਿਮ ਸੰਸਕਾਰ। ਪੀਐਮ ਨੇ ਸੁਖਦੇਵ ਢੀਂਡਸਾ ਦੇ ਦੇਹਾਂਤ ਤੇ ਜਤਾਇਆ ਦੁੱਖ। ਐਕਸ ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਢੀਂਡਸਾ ਦੇ ਦੇਹਾਂਤ ਨਾਲ ਦੇਸ਼ ਨੂੰ ਵੱਡਾ ਘਾਟਾ ਪਿਆ। ਕੇਂਦਰ ਸਰਕਾਰ ਨੇ ਸਾਉਣੀ ਦੀਆਂ 14 ਫਸਲਾਂ ਦੀ ਐਮਐਸਪੀ 'ਚ ਕੀਤਾ ਵਾਧਾ। ਝੋਨੇ ਦੀ ਕੀਮਤ 69 ਰੁਪਏ ਤੇ ਕਪਾਹ ਦੇ ਭਾਅ 'ਚ 599 ਰੁਪਏ ਦਾ ਕੀਤਾ ਇਜ਼ਾਫਾ। ਕਿਸਾਨਾਂ ਨੂੰ ਕਰਜ਼ੇ ਦੇ ਵਿਆਜ 'ਚ ਛੋਟ ਦੇਣ ਦੀ ਵੀ ਦਿੱਤੀ ਮਨਜ਼ੂਰੀ। ਚੰਡੀਗੜ੍ਹ 'ਚ ਹਰਿਆਣਾ ਸਕੱਤਰੇਤ ਦੀ ਲਿਫਟ 'ਚ ਫਸੇ ਖੇਡ ਰਾਜ ਮੰਤਰੀ। ਕਰੀਬ 5 ਘੰਟੇ ਤੱਕ ਫਸੇ ਰਹੇ ਗੌਰਵ ਗੌਤਮ। ਲਿਫਟ 'ਚ ਆਈ ਸੀ ਤਕਨੀਕੀ ਖਰਾਬੀ। ਸਿੱਧੂ ਮੂਸੇਵਾਲਾ ਦੀ ਆਜਾ ਖਿਲਾਫ ਮੈਚ ਲਈ ਮੋਹਾਲੀ ਪਹੁੰਚੇ ਆਰਸੀਬੀ ਦੇ ਖਿਡਾਰੀ ਵਿਰਾਟ ਕੋਹਲੀ। ਪਤਨੀ ਅਨੁਸ਼ਕਾ ਵੀ ਆਈ ਨਜ਼ਰ। ਅੱਜ ਮੁੱਲਾਪੁਰ 'ਚ ਖੇਡਿਆ ਜਾਵੇਗਾ ਮੁਕਾਬਲਾ। ਹਾਈਕੋਰਟ ਦੇ ਰਿਟਾਇਰਡ ਜਸਟਿਸ ਸੁਰਵੇਸ਼ਵਰ ਠਾਕੁਰ ਬਣੇ ਪੰਜਾਬ ਐਨਆਰਆਈ ਕਮਿਸ਼ਨ ਦੇ ਮੁਖੀ। ਅੱਜ ਸੰਭਾਲਣਗੇ ਆਪਣਾ ਅਹੁਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਸਿਵਲ ਡਿਫੈਂਸ ਮੌਕ ਡਰਿਲ ਦੀ। ਮੌਕ ਡਰਿਲ ਨਹੀਂ ਹੋਏਗੀ। ਪਹਿਲਾਂ ਅੱਜ ਹਰਿਆਣਾ 'ਚ ਮੌਕ ਡਰਿਲ ਕਰਵਾਈ ਜਾਣੀ ਸੀ, ਜਿਸ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਗਈਆਂ ਸਨ, ਪਰ ਅੱਜ ਮੌਕ ਡਰਿਲ ਨਹੀਂ ਹੋਏਗੀ। ਕਿਸੇ ਵੀ ਸੂਬੇ 'ਚ ਨਹੀਂ ਹੋਏਗੀ। ਪਾਕਿਸਤਾਨ ਦੇ ਨਾਲ ਲੱਗਦੇ ਸੂਬਿਆਂ 'ਚ ਇਹ ਮੌਕ ਡਰਿਲ ਹੋਣੀ ਸੀ। ਆਪਰੇਸ਼ਨ ਸ਼ੀਲਡ ਦੇ ਤਹਿਤ ਹੋਣ ਵਾਲੀ ਜੋ ਡਰਿਲ ਹੈ, ਗ੍ਰਹਿ ਮੰਤਰਾਲੇ ਨੇ ਉਸ ਨੂੰ ਮੁਲਤਵੀ ਕਰ ਦਿੱਤਾ ਹੈ। ਤੇ ਕਿਸ ਤਰੀਕੇ ਨਾਲ ਵਾਰਲਾਈਕ ਸਿਚੁਏਸ਼ਨ ਦੇ ਨਾਲ ਨਜਿੱਠਣਾ ਹੈ, ਸਿਵਲਿਅਨਸ ਨੂੰ ਕੀ ਕੁਝ ਇਹਤਿਆਤਨ ਵਰਤਣੇ ਚਾਹੀਦੇ ਹੈ, ਇਸ ਨੂੰ ਲੈ ਕੇ ਪ੍ਰੀਕਾਸ਼ਨਰੀ ਮੈਜਰਸ ਦੇ ਚਲਦੇ ਮੌਕ ਡਰਿਲ ਕਰਵਾਈ ਜਾਣੀ ਸੀ। ਕੱਲ੍ਹ ਇਹ ਹੁਕਮ ਜਾਰੀ ਕੀਤੇ ਗਏ ਸੀ ਕਿ 4 ਜੋ ਸੂਬੇ ਨੇ ਸਰਹੱਦ ਦੇ ਨਾਲ ਲੱਗਦੇ ਨੇ, ਜੰਮੂ ਕਸ਼ਮੀਰ, ਦੂਸਰੇ ਪਾਸੇ ਪੰਜਾਬ, ਰਾਜਸਥਾਨ, ਗੁਜਰਾਤ, ਇੱਥੇ ਮੌਕ ਡਰਿਲ ਕਰਵਾਈ ਜਾਣੀ ਸੀ। ਹਾਲਾਂਕਿ ਪਾਰਟਿਕੂਲਰਲੀ ਪੰਜਾਬ ਦੀ ਤਰੀਕ ਵੀ ਆ ਚੁੱਕੀ ਸੀ ਕਿ 3 ਜੂਨ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਮੌਕ ਡਰਿਲ ਹੋਏਗੀ, ਪਰ ਹਾਲ ਫਿਲਹਾਲ ਦੇ ਲਈ ਇਹ ਜੋ ਮੌਕ ਡਰਿਲ ਕਰਵਾਈ ਜਾਣੀ ਸੀ ਉਸ ਨੂੰ ਹਾਲ ਫਿਲਹਾਲ ਦੇ ਲਈ ਟਾਲ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੌਕ ਡਰਿਲ ਕਰਵਾਈ ਗਈ ਸੀ 7 ਮਈ ਨੂੰ, ਕਿਉਂਕਿ 6 ਤੋਂ 7 ਦੀ ਦਰਮਿਆਨੀ ਰਾਤ ਹੀ ਆਪਰੇਸ਼ਨ ਸਿੰਧੂ ਨੂੰ ਸਕਸੈਸਫੁਲੀ ਅੰਜਾਮ ਦਿੱਤਾ ਗਿਆ ਸੀ ਸਾਡੀਆਂ ਇੰਡੀਅਨ ਆਰਮਡ ਫੋਰਸਿਸ ਦੇ ਵੱਲੋਂ। ਉਸੇ ਦਿਨ ਮੌਕ ਡਰਿਲ ਕਰਵਾਈ ਗਈ ਸੀ। ਇੱਕ ਵਾਰ ਫਿਰ ਤੋਂ ਪ੍ਰੀਕਾਸ਼ਨਰੀ ਮੇਜਰਸ ਦੇ ਚਲਦੇ ਇਹ ਸਿਵਲ ਡਿਫੈਂਸ ਮੌਕ ਡਰਿਲ ਕਰਵਾਈ ਜਾਣੀ ਸੀ ਕਿ ਕਿਸ ਤਰੀਕੇ ਨਾਲ ਜਦੋਂ ਸਾਇਰਨ ਵੱਜਦਾ ਹੈ, ਸਿਵਲਿਅਨਸ ਨੂੰ, ਲੋਕਾਂ ਨੂੰ ਕੀ ਕੁਝ ਕਰਨਾ ਹੈ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਧੀਰੇਂਦਰ ਸ਼ਾਸਤਰੀ ਦੀ। ਧੀਰੇਂਦਰ ਸ਼ਾਸਤਰੀ ਨੇ ਪੰਜਾਬ ਨੂੰ ਲੈ ਕੇ ਇੱਕ ਵੱਡਾ ਬਿਆਨ ਸਟੇਟਮੈਂਟ ਦਿੱਤੀ ਹੈ ਕਿ ਪੰਜਾਬ ਵਿਦੇਸ਼ੀ ਤਾਕਤਾਂ ਦਾ ਅੱਡਾ ਬਣ ਚੁੱਕਿਆ ਹੈ। ਵੱਡੇ ਪੱਧਰ ਤੇ ਇੱਥੇ ਧਰਮ ਪਰਿਵਰਤਨ ਹੋ ਰਿਹਾ ਹੈ। ਧੀਰੇਂਦਰ ਸ਼ਾਸਤਰੀ ਨੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਲੋਕਾਂ ਨੂੰ ਜਾਗਣ ਦੀ ਇੱਥੇ ਲੋੜ ਹੈ। ਗੁਰਦੁਆਰਿਆਂ ਤੋਂ ਵੀ ਲੋਕ ਦੂਰ ਹੋ ਰਹੇ ਨੇ। ਗੁਰੂ ਗ੍ਰੰਥ ਸਾਹਿਬ ਪ੍ਰਤੀ ਸਮਰਪਿਤ ਰਹਿਣ ਲੋਕ। ਇਹ ਸਲਾਹ ਅਪੀਲ ਧੀਰੇਂਦਰ ਸ਼ਾਸਤਰੀ ਨੇ ਲੋਕਾਂ ਨੂੰ ਕੀਤੀ ਹੈ, ਕਿਉਂਕਿ ਇੱਕ ਸਮਾਗਮ ਸੀ ਪੰਚਕੂਲਾ 'ਚ, ਉੱਥੇ ਸ਼ਿਰਕਤ ਕੀਤੀ ਹੋਈ ਸੀ ਤੇ ਨਿਊਜ਼ 18 ਨੇ ਜਦੋਂ ਗੱਲਬਾਤ ਧੀਰੇਂਦਰ ਸ਼ਾਸਤਰੀ ਨਾਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਵਿਦੇਸ਼ੀ ਤਾਕਤਾਂ ਦਾ ਅੱਡਾ ਬਣ ਚੁੱਕਿਆ ਹੈ। ਵੱਡੇ ਪੱਧਰ ਤੇ ਇੱਥੇ ਧਰਮ ਪਰਿਵਰਤਨ ਹੋ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਜਾਗਣ ਦੀ ਲੋੜ ਹੈ। पंडित धीरेंद्र शास्त्री जी हमारे साथ हैं। पंचकुला में पहुंचे हैं और पंचकुला में इनका सत्संग चल रहा है, हनुमंत कथा चल रही है। सीधी उनसे बात करते हैं। पंचकुला पहुंचे हैं, पहली बार हनुमंत कथा करने के लिए, वैसे आते रहे, किस तरह का अनुभव लगा, किस तरह के लोग लगे? हालांकि आप तो पंचकुला के पागल कह के पुकारते हैं। प्रायः पंचकुला में आध्यात्मिकता बहुत उच्च शिखर है। भगवती माँ मनसा देवी का स्थान है, माँ चंडी माता का स्थान है, वनभोरी माता थोड़ा दूर है लेकिन है। तो आद्य शक्तियों की शक्ति से संपन्न और सुरक्षित संरक्षित यह स्थान है पंचकुला, और प्राचीन जगह है ये। यहाँ के लोग बड़े प्यारे हैं, आध्यात्मिक हैं, उनमें आस्था है, श्रद्धा है, समर्पण है और धैर्य भी है।
तो जो इन 3 दिनों में हमने अनुभव किया, हम आत्मिक रूप से बहुत प्रसन्न हैं। वैसे भी हरियाणा हमारा बहुत प्रिय प्रदेश है, क्योंकि इसका जो नाम है ना, उसको अगर थोड़ा सा डिस्टेंस लेके बोलें, हरियाणा, इसी को कहते हैं हरियाणा। गुरुजी, किस तरह से आप देखते हैं, क्योंकि आप लगातार एक ही बात कहते हैं कि पूरे देश को हिंदू राष्ट्र बनना चाहिए, परिभाषा किस तरह से कहना आप इसको पाकिस्तान बनवाना चाह रहे हैं? भारत हिंदू राष्ट्र नहीं होगा तो कौन सा देश हिंदू राष्ट्र होगा? जहां 80% हिंदू हैं वो हिंदू राष्ट्र नहीं होगा तो क्या बांग्लादेश हिंदू राष्ट्र होगा? यही होना चाहिए। और क्यों नहीं होना चाहिए? 1947 में जो बंटवारा हुआ वो मजहब के नाम पर बंटवारा हुआ, कि कुछ लोगों ने कहा कि हमको अपनी एक अलग जमीन चाहिए, उसके नाम पे पाकिस्तान हो गया। जब मजहब के नाम पर बंटवारा हो गया तो बची हुई जमीन हिंदुस्तान हिंदू राष्ट्र क्यों ना? ये तो सरासर बेहुदा बेतुकी बातें हैं। जो कह रहे हैं हिंदू राष्ट्र नहीं होना चाहिए, हिंदू राष्ट्र था, है और लोगों के दिलों में घोषित होकर के रहेगा। हमारा प्रयत्न जारी। लेकिन यहाँ तो सिख भी रहते हैं, ईसाई भी रहते हैं, पंजाब पूरे सिख रहते हैं, तो पंजाब के लोग कैसे? वो तो हमारा परिवार है, वो इससे बाहर थोड़ी है, वो हमारे सब अपने हैं। गुरु ग्रंथ साहब की महिमा, 10वें गुरु साहब की महिमा, गुरुद्वारों की परंपरा, उन्हीं परंपराओं के आधार पर, जैसे आप कभी दुबई जाइए, दुबई में भी तो गुरुद्वारे हैं, दुबई में भी तो मस्जिदें हैं, दुबई में भी तो चर्च हैं, हर है, लेकिन एक प्राथमिकता तो है वहाँ। उसी प्रकार हम भारत में चाहें। पंजाब में आज इतना कन्वर्जन हो रहा है, उसको आप किस तरह से देखते हैं? मास लेवल का कन्वर्जन हो रहा है। निश्चित रूप से ये बहुत बड़ा दुर्भाग्य है। पंजाब के लोगों को जगना बहुत ज्यादा जरूरी है। विदेशी ताकतों ने कोई अड्डा बना रखा है तो उस प्रदेश का नाम है पंजाब। पंजाब की स्थिति बहुत विचित्र है। गुरु ग्रंथ साहब से लोग दूर हो रहे हैं, गुरुद्वारे से लोग दूर हो रहे हैं। हमारी प्रार्थना है हाथ जोड़ करके हलीउल्लाह वालों के चक्कर में ना पड़े, गुरु ग्रंथ साहब के प्रति ही अपना समर्पण बनाए रखें, उससे बड़ा कुछ। पहलगाम में जिस तरह की घटना हुई उसको आप किस तरह से देखते हैं? धर्म पूछ पूछ करके लोगों को मारा गया, इसीलिए तो भारत हिंदू राष्ट्र चाहिए। उन्होंने धर्म पूछ करके मारा है, क्यों? क्योंकि हम एकजुट नहीं हैं, इसलिए भारत को हिंदू राष्ट्र चाहिए। ऑपरेशन सिंदूर को किस तरह से देखते हैं? उन्होंने सिंदूर उजाड़ा तो हमारी भारत की आर्मी ने पाक के अंदर घुस करके आतंकवादियों के ठिकानों को नेस्तनाबूद किया। एक कैंसर अस्पताल जो आप बनाने जा रहे हैं और एक बड़ा प्रोजेक्ट आपने लिया है कैंसर प्रोजेक्ट का, कैंसर अस्पताल का, प्रधानमंत्री नरेंद्र मोदी खुद आए उसका उद्घाटन करने के लिए, क्या सोच है उसकी? देश बागेश्वर धाम आस्था का केंद्र भी है, अब आरोग्य का केंद्र भी बनने जा रहा है और 2027 के अंत में 28 के प्रारंभ में उसका उद्घाटन किया। थैंक यू। एक आखिरी सवाल है कि धीरेन्द्र शास्त्री शादी करेंगे या नहीं करेंगे? बिल्कुल करेंगे। करेंगे। थैंक यू। और एक सवाल आखिरी कि ठटरी के बाबा भी कहते हैं आपको, तो बिल्कुल आप देख सकते हैं कि धीरेन्द्र शास्त्री लगातार यही कह रहे हैं कि शादी वो बिल्कुल करेंगे, कोई इसमें संशय नहीं है। और उन्होंने ठोक करके ये कहा है कि भारत हिंदू राष्ट्र नहीं होगा तो कौन सा देश हिंदू राष्ट्र होगा। और जहां तक सिखों की बात है तो वो भी हिंदू राष्ट्र का ही हिस्सा है और जो कन्वर्जन हो रहा है उसको कहीं ना कहीं बहुत ही दुखदाई और कहीं ना कहीं एक घातक बताया है। कैमरामैन अजय के साथ अंकित उदानी, न्यूज़ 18 पंचकुला। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਲਈ ਕਾਂਗਰਸ ਦੇ ਵੱਲੋਂ ਅੱਜ ਨਾਮਜ਼ਦਗੀ ਭਰੀ ਜਾਏਗੀ। ਭਾਰਤ ਭੂਸ਼ਣ ਆਸ਼ੂ ਆਪਣਾ ਨਾਮਜ਼ਦਗੀ ਪਰਚਾ ਅੱਜ ਭਰਨਗੇ। ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾਖਲ ਕਰਵਾਉਣਗੇ ਪਰਚਾ। ਨਾਮਜ਼ਦਗੀ ਜ਼ਰੀਏ ਭੂਪੇਸ਼ ਬਘੇਲ ਏਕਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਮੌਜੂਦ ਇਸ ਦੌਰਾਨ ਰਹਿਣਗੇ ਤੇ ਹੁਣ ਤੱਕ ਆਸ਼ੂ ਦੇ ਪੋਸਟਰ ਚੋਂ ਗਾਇਬ ਸਨ ਰਾਜਾ ਵੜਿੰਗ, ਪਰ ਪ੍ਰਤਾਪ ਸਿੰਘ ਬਾਜਵਾ ਵਿਦੇਸ਼ 'ਚ ਨੇ ਤੇ ਸੋ ਉਹ ਨਹੀਂ ਪਹੁੰਚ ਸਕਣਗੇ। ਅਕਾਲੀ ਉਮੀਦਵਾਰ ਵੀ ਅੱਜ ਨਾਮਜ਼ਦਗੀ ਭਰਨਗੇ ਕਿਉਂਕਿ 19 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 23 ਤਰੀਕ ਨੂੰ ਨਤੀਜੇ ਐਲਾਨੇ ਜਾਣਗੇ। ਤੇ ਪਰਵਕਾਰ ਸਿੰਘ ਘੁੰਮਣ ਵੀ ਨਾਮਜ਼ਦਗੀ ਪਰਚਾ ਅੱਜ ਭਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਲਈ ਚੋਣ ਮੈਦਾਨ 'ਚ ਉਤਰੇ ਹੋਏ ਨੇ। ਘੁੰਮਣ ਦੇ ਨਾਲ ਵੀ ਤਮਾਮ ਅਕਾਲੀ ਲੀਡਰਸ शामिल रहेंगे। 2 जून तक ही नामजदगियां यानी कि नॉमिनेशन ऑफ पेपर्स फाइल किए जा सकेंगे। 2 जून तक का ही समा है तो नजर टिकिया हुई रहनगियां कि पंजाब कांग्रेस प्रधान राजा वड़िंग इस दौरान भारत भूषण आशू दे नाल नजर आएंगे नहीं नजर आएंगे, क्योंकि इस तो पहला जैसे जिक्र करी तो जदों टिकट की अनाउंसमेंट की गई थी पंजाब कांग्रेस प्रधान राजा वड़िंग भारत भूषण आशू के घर पहुंचे सी उन्होंने बधाई देने लई, पर भारत भूषण आशू घर च मौजूद नहीं सी।
ਹੁਣ ਗੱਲ ਕਰਾਂਗੇ ਮੌਸਮ ਦੀ। ਪੰਜਾਬ 'ਚ ਅੱਜ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲੇਗਾ ਕਿਉਂਕਿ ਅੱਜ ਮੁੜ ਤੇਜ਼ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਵੈਦਰ ਡਿਪਾਰਟਮੈਂਟ ਦੇ ਵੱਲੋਂ ਜ਼ਾਹਰ ਕੀਤੀ ਗਈ ਹੈ। ਅਗਲੇ 2 ਦਿਨ ਤੱਕ ਮੌਸਮ ਖਰਾਬ ਰਹੇਗਾ। ਸੂਬੇ ਦੇ ਕਈ ਜ਼ਿਲ੍ਹਿਆਂ ਦੇ ਲਈ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ ਤੇ ਪੰਜਾਬ 'ਚ ਅੱਜ ਫਿਰ ਤੋਂ ਮੌਸਮ ਬਦਲ ਸਕਦਾ ਹੈ ਕਿਉਂਕਿ ਕੇਰਲਾ ਵਾਲੇ ਪਾਸੇ ਜੋ ਮੌਨਸੂਨ ਹੈ ਪਹਿਲਾਂ ਹੀ ਸਮੇਂ ਤੋਂ ਹਿੱਟ ਕਰ ਚੁੱਕਿਆ ਹੈ, ਆ ਚੁੱਕਿਆ ਹੈ। ਉਸ ਦਾ ਅਸਰ ਵੱਡੇ ਪੱਧਰ ਤੇ ਨਾਰਥ ਇੰਡੀਆ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਕੁਝ ਦਿਨ ਪਹਿਲਾਂ ਅਸੀਂ ਦੇਖਿਆ ਸੀ ਕਿਸ ਤਰੀਕੇ ਨਾਲ ਤੇਜ਼ ਮੀਂਹ, ਹਨੇਰੀ, ਝੱਖੜ ਆਇਆ ਸੀ। ਹਾਲਾਂਕਿ ਜੋ ਟੈਂਪਰੇਚਰ ਸੀ ਉਸ 'ਚ ਵੱਡੇ ਪੱਧਰ ਤੇ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਸੀ ਤੇ ਹੁਣ ਵੈਦਰ ਡਿਪਾਰਟਮੈਂਟ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ ਸੂਬਿਆਂ ਦੇ ਕਈ ਜ਼ਿਲ੍ਹਿਆਂ 'ਚ ਕਿ ਅਗਲੇ 2 ਦਿਨਾਂ ਤੱਕ ਮੌਸਮ ਖਰਾਬ ਰਹਿ ਸਕਦਾ ਹੈ ਤੇ ਅੱਜ ਮੁੜ ਤੋਂ ਤੇਜ਼ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਵੈਦਰ ਡਿਪਾਰਟਮੈਂਟ ਨੇ ਜ਼ਾਹਰ ਕੀਤੀ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਕਿਉਂਕਿ ਨਹੀਂ ਰਹੇ ਨੇ ਸੁਖਦੇਵ ਸਿੰਘ ਢੀਂਡਸਾ। ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਉਹਨਾਂ ਨੇ ਆਖਰੀ ਸਾਹ ਲਏ ਨੇ। ਬੀਤੇ ਕੱਲ ਸ਼ਾਮ 5 ਵਜੇ ਦੇ ਕਰੀਬ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਸ਼ੁੱਕਰਵਾਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ, ਯਾਨੀ ਕਿ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ। ਪੀਐਮ ਨੇ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ। ਪੀਐਮ ਮੋਦੀ ਨੇ ਸੁਖਦੇਵ ਸਿੰਘ ਢੀਂਡਸਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਢੀਂਡਸਾ ਦੇ ਦੇਹਾਂਤ ਦੇ ਨਾਲ ਦੇਸ਼ ਨੂੰ ਵੱਡਾ ਘਾਟਾ ਪਿਆ ਹੈ। ਪੀਐਮ ਨੇ ਆਪਣੇ ਪੋਸਟ 'ਚ ਇਸ ਗੱਲ ਦਾ ਜ਼ਿਕਰ ਕੀਤਾ। ਦੇਸ਼ ਦੇ ਵੱਡੇ ਸਿਆਸਤਦਾਨ ਸਨ ਸੁਖਦੇਵ ਸਿੰਘ ਢੀਂਡਸਾ। ਪੰਜਾਬ ਦੇ ਸੱਭਿਆਚਾਰ ਨਾਲ ਹਮੇਸ਼ਾ ਢੀਂਡਸਾ ਜੁੜੇ ਰਹੇ ਨੇ ਤੇ ਅਕਾਲੀ ਦਲ ਦੇ ਸਰਪ੍ਰਸਤ ਰਹਿ ਚੁੱਕੇ ਨੇ। ਰਾਜ ਸਭਾ ਤੇ ਲੋਕ ਸਭਾ ਸਾਂਸਦ ਵੀ ਰਹੇ ਨੇ। ਸੁਖਦੇਵ ਸਿੰਘ ਢੀਂਡਸਾ ਇੱਕ ਵੱਡੇ ਕਦਾਵਰ ਆਗੂ ਸੀ ਕਿਉਂਕਿ ਕੇਂਦਰ 'ਚ ਵਜ਼ਾਰਤ ਦਾ ਹਿੱਸਾ ਰਹੇ ਨੇ। ਅਟਲ ਬਿਹਾਰੀ ਵਾਜਪੇਈ ਦੀ ਸਰਕਾਰ 'ਚ 2000 ਤੋਂ ਲੈ ਕੇ 2024 ਤੱਕ ਕੇਂਦਰ ਮੰਤਰੀ ਰਹੇ। 2019 'ਚ ਉਹਨਾਂ ਨੂੰ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਪਰ 2020 'ਚ ਜੋ ਹੈ ਕਿਸਾਨੀ ਅੰਦੋਲਨ ਦੇ ਕਰਕੇ ਉਹਨਾਂ ਨੇ ਆਪਣਾ ਜੋ ਅਵਾਰਡ ਸੀ ਉਸਨੂੰ ਵਾਪਸ ਕਰ ਦਿੱਤਾ। ਪੀਐਮ ਨਰਿੰਦਰ ਮੋਦੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਐਕਸ ਤੇ ਪੋਸਟ ਪਾ ਕੇ ਲਿਖਿਆ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦਾ ਦੇਹਾਂਤ ਸਾਡੇ ਦੇਸ਼ ਦੇ ਲਈ ਇੱਕ ਬਹੁਤ ਵੱਡਾ ਘਾਟਾ ਹੈ। ਉਹ ਇੱਕ ਮਹਾਨ ਰਾਜਨੇਤਾ ਸਨ ਜਿਨ੍ਹਾਂ ਕੋਲ ਇੱਕ ਮਹਾਨ ਦ੍ਰਿਸ਼ਟੀਕੋਣ ਅਤੇ ਜਨਤਕ ਸੇਵਾ ਪ੍ਰਤੀ ਅਟੁੱਟ ਸਮਰਪਣ ਸੀ। ਮੈਨੂੰ ਉਹਨਾਂ ਨੂੰ ਸਾਲਾਂ ਤੋਂ ਜਾਣਨ ਅਤੇ ਵੱਖ-ਵੱਖ ਮੁੱਦਿਆਂ ਤੇ ਨੇੜਿਓਂ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਟਵੀਟ ਕੀਤਾ ਗਿਆ ਹੈ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕਿਉਂਕਿ ਜੇ ਅਸੀਂ ਜ਼ਿਕਰ ਕਰੀਏ ਤੇ 2020 ਤੋਂ ਬਾਅਦ ਬੀਜੇਪੀ ਦੇ ਨਾਲ ਵੀ ਇੱਕ ਸਾਂਝ ਜੋ ਹੈ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜੋ ਬਣਾਈ ਗਈ ਸੀ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਉਸਦੀ ਰਹੀ ਹੈ ਤੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਟਵੀਟ ਕੀਤਾ, ਐਕਸ ਤੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲੀ। ਬੇਸ਼ੱਕ ਸਾਡੇ ਰਾਜਨੀਤਿਕ ਮਤਭੇਦ ਰਹੇ ਹੋਣ ਪਰ ਇਨਸਾਨੀਅਤ ਦੇ ਨਾਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਵਾਹਿਗੁਰੂ। ਤੇ ਆ ਐਕਸ ਤੇ ਪੋਸਟ ਪਾਈ ਗਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ। ਢੀਂਡਸਾ ਸਾਹਿਬ ਅਸੀਂ ਸਾਰੇ ਆਈਵ ਨੋਨ ਹਿਮ ਸਿੰਸ ਆਈ ਵਾਜ਼ ਅ ਯੰਗ ਚਾਈਲਡ। ਮੈਨੂੰ ਯਾਦ ਹੈ ਅਸੀਂ ਸਕੂਲ ਕਾਲਜ ਡੇਜ਼ ਤੋਂ ਪਰਮਿੰਦਰ ਜੀ ਤੇ ਮੈਂ ਕਾਫੀ ਸਮਾਂ ਇੱਕ ਦੂਜੇ ਨਾਲ ਬਤੀਤ ਕੀਤਾ ਔਰ ਉਹਨਾਂ ਦਿਨਾਂ ਤੋਂ ਢੀਂਡਸਾ ਸਾਹਿਬ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਵੇਖਿਆ। ਸੋ ਪੰਜਾਬ ਦਾ ਇੱਕ ਵੱਡਾ ਸਪੂਤ ਜਿਨੇ ਪੰਜਾਬ ਨੂੰ ਹਰ ਫੋਰਮ ਤੇ ਪੰਚਾਇਤੀ ਤੋਂ ਲੈ ਕੇ ਐਮਐਲਏ, ਰਾਜ ਸਭਾ, ਲੋਕ ਸਭਾ, ਦੇਸ਼ ਦੀ ਵਜ਼ੀਰੀ, ਸੂਬੇ ਦੀ ਵਜ਼ੀਰੀ ਬਹੁਤ ਮਾਨਾ। ਅੱਜ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਇੱਕ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਪਿਆ, ਪੰਜਾਬ ਨੂੰ ਪਿਆ। ਸਰਦਾਰ ਸੁਖਦੇਵ ਸਿੰਘ ਢੀਂਡਸਾ ਜੋ ਦੇਸ਼ ਵਿਦੇਸ਼ ਦੇ ਵਿੱਚ ਜਾਣੀ ਪਹਿਚਾਨੀ ਹਸਤੀ ਹੈ ਜਿਸਨੇ ਪੰਜਾਬ ਦੀ ਸੇਵਾ ਕੀਤੀ, ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਉਹਨਾਂ ਨੇ ਆਪਣਾ ਅਜਿਹਾ ਮੁਕਾਮ ਪੈਦਾ ਕੀਤਾ ਔਰ ਉਹ ਬਾਬਾ ਨਾਨਕ ਦੀ ਸਾਂਝੀ ਵਾਰਤਾ ਦੇ ਪ੍ਰਤੀਕ ਸੀ। ਅੱਜ ਉਹ ਸਾਡੇ 'ਚ ਨਹੀਂ ਰਹੇ। ਅੱਜ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਹੈ ਕਿ ਪੰਜਾਬੀਆਂ ਦਾ ਸੱਚਾ ਹਮਦਰਦ ਚਲਾ ਗਿਆ, ਪੰਜਾਬੀਆਂ ਦੀ ਚਿੰਤਾ ਕਰਨ ਵਾਲਾ ਚਲਾ ਗਿਆ। ਅਸੀਂ ਅੱਜ ਸਾਰੇ ਹੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ। ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿਹੜੇ ਆ ਉਹ ਅਲਵਿਦਾ ਕਹਿ ਗਏ ਨੇ। ਉਹਨਾਂ ਦੀ ਖਬਰ ਸੁਣ ਕੇ ਬਹੁਤ ਮਨ ਨੂੰ ਦੁੱਖ ਹੋਇਆ, ਬਹੁਤ ਵੱਡੀ ਠੇਸ ਪਹੁੰਚੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਸਾਰਾ ਜੀਵਨ ਬਹੁਤ ਲੰਮਾ ਸਮਾਂ ਸੇਵਾ ਜਿਹੜੀ ਆ
ਉਹ ਪਾਰਟੀ ਦੀ ਬਤੌਰ ਪਾਰਟੀ ਦੇ ਵਿੱਚ ਔਰ ਪ੍ਰਸ਼ਾਸਨ ਦੇ ਵਿੱਚ ਵੀ ਉਹਨਾਂ ਨੇ ਬਤੌਰ ਮਿਨਿਸਟਰ, ਸੈਂਟਰ 'ਚ ਬਤੌਰ ਵਜ਼ੀਰ ਜਿਹੜੇ ਆ ਉਹਨਾਂ ਨੇ ਸੇਵਾ ਸਾਡੇ ਬਹੁਤ ਸਤਿਕਾਰਯੋਗ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਲ ਸਾਹਿਬ ਦੇ ਸਮੇਂ-ਸਮੇਂ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਚੱਲੇ ਨੇ, ਮੋਰਚੇ ਲੱਗੇ ਨੇ, ਉਹਦੇ ਵਿੱਚ ਬਹੁਤ ਵੱਡੀ ਵੱਧ ਚੜ੍ਹ ਕੇ ਜਿਹੜਾ ਹਿੱਸਾ ਜਿਹੜਾ ਉਹਨਾਂ ਨੇ ਆਪਣੇ ਜੀਵਨ ਦਾ ਪਾਇਆ ਹੈ। ਬੇਹੱਦ ਮੰਦਭਾਗੀ ਖਬਰ ਹੈ ਕਿ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਡੇ 'ਚ ਨਹੀਂ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜਾ ਲੰਮਾ ਸਮਾਂ ਉਹਨਾਂ ਨੇ ਪਾਰਟੀ ਦੇ ਲਈ ਕੰਮ ਕੀਤਾ, ਪਾਰਟੀ ਦੇ ਲਈ ਸੇਵਾ ਕੀਤੀ। ਲਗਭਗ 55-57 ਸਾਲ ਦਾ ਸਿਆਸੀ ਜੀਵਨ ਜਿਹੜਾ ਉਹਨਾਂ ਦਾ ਸੀਗਾ। ਬੜੇ ਠਰਮੇ ਵਾਲੇ ਲੀਡਰ ਸਨ, ਕਦੇ ਉਹਨਾਂ ਨੂੰ ਉੱਚੀ ਬੋਲਦੇ ਨਹੀਂ ਦੇਖਿਆ ਹੋਣਾ। ਬੈਂਕ ਦੇ ਡਾਇਰੈਕਟਰ ਤੋਂ ਲੈ ਕੇ MLA ਸਾਹਿਬ ਤੋਂ ਸ਼ੁਰੂਆਤ ਕਰਕੇ ਤੇ ਕੇਂਦਰ ਦੇ ਵਿੱਚ ਕੈਬਨਿਟ ਵਜ਼ੀਰ ਤੱਕ, ਭਾਵੇਂ ਪੰਜਾਬ ਦੇ ਕੈਬਨਿਟ ਵਜ਼ੀਰ ਤੱਕ, ਮੈਂਬਰ ਪਾਰਲੀਮੈਂਟ, ਰਾਜ ਸਭਾ, ਕੋਈ ਐਸਾ ਅਹੁਦਾ ਨਹੀਂ ਸਿਆਸੀ ਜਿਹੜਾ ਗੁਰੂ ਸਾਹਿਬ ਨੇ ਉਹਨਾਂ ਨੂੰ ਨਾ ਬਖਸ਼ਿਆ ਹੋਵੇ। ਅੱਜ ਸਾਡੇ ਚੋਂ ਜਾਣ ਤੇ ਬੇਹੱਦ ਅਫਸੋਸ ਹੈ। ਇਹੋ ਜਿਹੇ ਵਿਅਕਤੀ ਜਿਨ੍ਹਾਂ ਦਾ ਇੱਕ ਹਿਮਾਲੇ ਵਰਗਾ ਕੱਦ ਸੀ, ਸਮੁੰਦਰ ਵਰਗਾ ਜਿਨ੍ਹਾਂ ਦਾ ਦਿਲ ਸੀ, ਉਹ ਲੰਬਾ ਸਮਾਂ ਪੰਜਾਬ ਦੀ ਰਾਜਨੀਤੀ 'ਚ ਇੱਕ ਚਿੱਟੀ ਚੱਦਰ ਲੈ ਕੇ ਉਹਨਾਂ ਨੇ ਕੰਮ ਕੀਤਾ। ਅੱਜ ਸਮਾਜ 'ਚ ਚਲੇ ਗਏ, ਲੇਕਿਨ ਕੋਈ ਦਾਗ ਨਹੀਂ ਜੀਵਨ ਤੇ ਆਇਆ। ਅੱਜ ਹਰ ਅੱਖ 'ਚ ਆਂਸੂ ਨੇ, ਹਰ ਦਿਲ 'ਚ ਦੁੱਖ ਹੈ ਕਿ ਪੰਜਾਬ ਦੀ ਧਰਤੀ ਤੋਂ ਇੱਕ ਮਹਾਨ ਚਿੰਤਕ, ਮਹਾਨ ਨੇਤਾ ਸਾਨੂੰ ਛੱਡ ਕੇ ਚਲੇ ਗਏ। ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਸਦੀਵੀ ਵਿਛੋੜੇ ਦੀ ਬੜੀ ਦੁੱਖ ਭਰੀ ਖਬਰ ਮਿਲੀ। ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਬਹੁਤ ਹੀ ਦੇਸ਼ ਔਰ ਦੁਨੀਆ 'ਚ ਜਾਣਿਆ ਪਛਾਣਿਆ ਨਾਮ ਸੀ, ਜਿਨ੍ਹਾਂ ਨੇ ਸਿਆਸਤ ਨੂੰ ਬੜੇ ਨੇੜੇ ਤੋਂ ਦੇਖਿਆ ਔਰ ਲੰਬੇ ਸਮੇਂ ਤੱਕ ਪੰਜਾਬ ਦੀ ਔਰ ਦੇਸ਼ ਦੀ ਸਿਆਸਤ 'ਚ ਬਹੁਤ ਵੱਡਾ ਅਹਿਮ ਰੋਲ ਨਿਭਾਇਆ। ਸਾਡੇ ਸਾਰਿਆਂ ਦੇ ਨਾਲ ਉਹਨਾਂ ਦਾ ਬਹੁਤ ਨਜ਼ਦੀਕੀ ਤੌਰ ਤੇ ਲੰਬੇ ਸਮੇਂ ਤੱਕ ਵਰਤਾਵ ਰਿਹਾ। ਬਹੁਤ ਹੀ ਸਹਿਣਸ਼ੀਲਤਾ ਵਾਲੇ, ਠੰਡੇ ਸੁਭਾਅ ਵਾਲੇ ਔਰ ਹਮੇਸ਼ਾ ਹੀ ਪੰਜਾਬ ਔਰ ਪੰਜਾਬੀਅਤ ਦੀ ਚਿੰਤਾ ਕਰਨ ਵਾਲੇ। ਐਸੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਇਸ ਦੁਨਿਆਵੀ ਦੁਨੀਆ 'ਚੋਂ ਚਲੇ ਜਾਣ ਨਾਲ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਘਾਟਾ ਹੋਇਆ, ਉੱਥੇ ਉਹਨਾਂ ਦੇ ਸਕੇ ਸੰਬੰਧੀਆਂ ਨੂੰ ਔਰ ਸਾਨੂੰ ਸਾਰਿਆਂ ਨੂੰ ਇਹ ਬੜੀ ਦੁਖਦਾਈ ਖਬਰ ਹੈ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ, ਜਿਨ੍ਹਾਂ ਤੇ ਵਿਜੀਲੈਂਸ ਮਿਹਰਬਾਨ ਦਿਖੀ ਕਿ ਦਰਸਲ ਕੋਰਟ 'ਚ ਜਾ ਕੇ ਵਿਜੀਲੈਂਸ ਨੇ ਕਿਹਾ ਕਿ ਅਮਨਦੀਪ ਕੌਰ ਦੇ ਰਿਮਾਂਡ ਦੀ ਹੋਰ ਲੋੜ ਨਹੀਂ ਹੈ। 2 ਦਿਨ ਦਾ ਅਮਨਦੀਪ ਕੌਰ ਦਾ ਰਿਮਾਂਡ ਵਿਜੀਲੈਂਸ ਨੂੰ ਮਿਲਿਆ ਸੀ, 1 ਦਿਨ 'ਚ ਹੀ ਖਤਮ ਹੋ ਗਿਆ। ਵਿਜੀਲੈਂਸ ਨੇ ਕੋਰਟ ਨੂੰ ਦੱਸਿਆ ਹੈ ਕਿ ਰਿਮਾਂਡ ਦੀ ਹੋਰ ਜ਼ਰੂਰਤ ਨਹੀਂ ਹੈ। ਕੋਰਟ ਨੇ ਅਮਨਦੀਪ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ। ਅਮਨਦੀਪ ਨੂੰ ਬਠਿੰਡਾ ਦੇ ਏਮਸ ਰੈਫਰ ਕੀਤਾ ਗਿਆ ਸੀ ਕਿਉਂਕਿ ਪੱਥਰੀ ਦੇ ਦਰਦ ਤੋਂ ਬਾਅਦ ਏਮਸ ਲਿਆਂਦਾ ਗਿਆ ਸੀ ਤੇ ਕਿਸ ਤਰੀਕੇ ਨਾਲ ਗ੍ਰਿਫਤਾਰੀ ਹੋਈ ਸੀ। ਮੁੜ ਤੋਂ ਵਿਜੀਲੈਂਸ ਨੇ ਗ੍ਰਿਫਤਾਰੀ ਕੀਤੀ ਸੀ ਆਮਦਨ ਤੋਂ ਵੱਧ ਜਾਇਦਾਦ ਦੇ ਪੂਰੇ ਮਾਮਲੇ 'ਚ। ਹਾਲਾਂਕਿ ਜੋ ਪ੍ਰਾਪਰਟੀ ਹੈ ਅਮਨਦੀਪ ਕੌਰ ਦੀ, ਉਸ ਨੂੰ ਵੀ ਫਰੀਜ਼ ਕੀਤਾ ਜਾ ਚੁੱਕਿਆ, ਚਾਹੇ ਉਹ ਮੂਵੇਬਲ ਪ੍ਰਾਪਰਟੀ ਹੋਏ ਚਾਹੇ ਉਹ ਇਮੂਵੇਬਲ ਪ੍ਰਾਪਰਟੀ ਹੋਏ। ਪਰ ਵਿਜੀਲੈਂਸ ਨੇ ਰਿਮਾਂਡ ਹਾਸਲ ਕੀਤਾ ਸੀ, ਪਰ ਜੋ ਵਿਜੀਲੈਂਸ ਦਾ ਕਹਿਣਾ ਸੀ ਕਿ ਉਹ ਹੋਰ ਰਿਮਾਂਡ ਦੀ ਕੋਈ ਵੀ ਲੋੜ ਨਹੀਂ ਹੈ ਤੇ ਜੁਡੀਸ਼ੀਅਲ ਰਿਮਾਂਡ 'ਚ ਭੇਜ ਦਿੱਤਾ ਗਿਆ ਹੈ ਅਮਨਦੀਪ ਕੌਰ। ਅੱਗੇ ਵਧਾਂਗੇ ਤੇ ਰੁਕ ਕਰਾਂਗੇ ਅਗਲੀ ਖਬਰ ਦਾ। ਲਿਫਟ 'ਚ ਫਸੇ ਨੇ ਖੇਡ ਰਾਜ ਮੰਤਰੀ ਗੌਰਵ ਗੌਤਮ। ਦੱਸ ਕੇ ਚੰਡੀਗੜ੍ਹ 'ਚ ਹਰਿਆਣਾ ਸਕੱਤਰੇਤ ਦੀ ਲਿਫਟ 'ਚ ਮੰਤਰੀ ਫਸ ਗਏ। ਕਰੀਬ 5 ਮਿੰਟ ਫਸੇ ਰਹੇ ਖੇਡ ਰਾਜ ਮੰਤਰੀ ਗੌਰਵ ਗੌਤਮ। ਲਿਫਟ 'ਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਸਭ ਦੇ ਚਲਦੇ ਕੈਬਨਿਟ ਮੰਤਰੀ ਨੂੰ ਲਿਫਟ ਦੇ ਅੰਦਰ ਹੀ ਕੁਝ ਸਮਾਂ ਬਿਤਾਨਾ ਪਿਆ। ਤਕਰੀਬਨ 5 ਮਿੰਟ ਤੱਕ ਫਸੇ ਰਹੇ ਕਿਉਂਕਿ ਟੈਕਨੀਕਲ ਗਲਿਚ ਆ ਗਈ ਸੀ। ਤਕਨੀਕੀ ਖਰਾਬੀ ਕਰਕੇ ਮੰਤਰੀ गौरव गौतम ਨੂੰ ਲਿਫਟ ਦੇ ਅੰਦਰ ਹੀ 5 ਮਿੰਟ ਦਾ ਸਮਾਂ ਬਿਤਾਉਣਾ ਪਿਆ। बंद करके चलेगी सर, इसमें नहीं करेंगे आप कुछ चलाइए आप सर, चलिए बंद करके चलेगी सर। रोटी चलेगी आधा घंटा तो 25 मिनट तो लग ही जाएंगे भाई साहब क्यों यार। भाई साहब मैं यार एक्सपीरियंस है मुझे यार, बोल इसमें नहीं करेंगे आप कुछ चलाइए आप सर, चलिए बंद करके चलेगी सर।
रोटी मंगवा नहीं बैठे आधा घंटा तो 25 मिनट तो लग ही जाएंगे। भाई साहब क्यों ड्रामा यार भाई साहब मैं यार एक्सपीरियंस है मुझे यार बोल ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਲਈ ਵੱਡਾ ਫੈਸਲਾ ਲਿਆ ਤੇ ਸਾਉਣੀ ਦੀਆਂ 14 ਫਸਲਾਂ ਦੇ ਲਾਗਤ ਤੋਂ 50% ਵੱਧ MSP ਨੂੰ ਪ੍ਰਵਾਨਗੀ ਦੇ ਦਿੱਤੀ। ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਤੇ ਸਾਉਣੀ ਦੀਆਂ 14 ਫਸਲਾਂ ਦੀ MSP 'ਚ ਵਾਧਾ ਕਰ ਦਿੱਤਾ ਹੈ, ਜਿਸ ਦੇ ਤਹਿਤ 69 ਰੁਪਏ ਦੇ ਵਾਧੇ ਨਾਲ ਝੋਨੇ ਦੀ ਨਵੀਂ ਕੀਮਤ 2399 ਰੁਪਏ ਤੈਅ ਕਰ ਦਿੱਤੀ ਗਈ ਹੈ। 599 ਰੁਪਏ ਦੇ ਇਜ਼ਾਫੇ ਨਾਲ ਨਰਮੇ ਦਾ ਨਵਾਂ ਰੇਟ 7710 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਸੂਰਜਮੁਖੀ ਦੀ ਕੀਮਤ 'ਚ 441 ਰੁਪਏ ਦਾ ਵਾਧਾ ਹੋਇਆ, ਜਿਸ ਨਾਲ ਉਸ ਦਾ ਨਵਾਂ ਰੇਟ 7721 ਰੁਪਏ ਹੋ ਗਿਆ ਹੈ। ਜਦਕਿ ਅਰਹਰ ਦੀ ਨਵੀਂ ਕੀਮਤ 450 ਰੁਪਏ ਦੇ ਵਾਧੇ ਨਾਲ 8000 ਰੁਪਏ ਹੋ ਗਈ ਹੈ। ਮੂੰਗੀ ਦਾ ਨਵਾਂ ਰੇਟ 86 ਰੁਪਏ ਦੇ ਇਜ਼ਾਫੇ ਨਾਲ 8678 ਰੁਪਏ ਹੋ ਗਿਆ ਤੇ 400 ਰੁਪਏ ਦੇ ਵਾਧੇ ਨਾਲ ਉੜਦ ਦੀ ਨਵੀਂ ਕੀਮਤ 7800 ਰੁਪਏ ਹੋ ਗਈ ਹੈ। 175 ਰੁਪਏ ਦੇ ਇਜ਼ਾਫੇ ਨਾਲ ਮੱਕੀ ਦੀ ਕੀਮਤ 2400 ਰੁਪਏ ਹੋਈ ਹੈ। ਇਸੇ ਤਰ੍ਹਾਂ ਜਵਾਹਰ ਦੀ ਕੀਮਤ 'ਚ 328 ਰੁਪਏ ਦਾ ਵਾਧਾ ਹੋਇਆ, ਜਿਸ ਨਾਲ ਉਸ ਦੀ ਕੀਮਤ 3699 ਰੁਪਏ ਪਹੁੰਚ ਗਈ ਹੈ। ਉਧਰ 150 ਰੁਪਏ ਦੇ ਵਾਧੇ ਨਾਲ ਬਾਜਰੇ ਦਾ ਨਵਾਂ ਰੇਟ 2775 ਰੁਪਏ ਹੋ ਗਿਆ ਹੈ, ਜਦਕਿ 596 ਰੁਪਏ ਦੇ ਇਜ਼ਾਫੇ ਨਾਲ ਰਾਗੀ ਦੀ ਨਵੀਂ ਕੀਮਤ 4886 ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਮੂੰਗਫਲੀ ਦੀ MSP ਦੇ ਵਿੱਚ ਵੀ 480 ਰੁਪਏ ਦਾ ਵਾਧਾ ਕੀਤਾ ਗਿਆ, ਜਿਸ ਨਾਲ ਉਸ ਦਾ ਨਵਾਂ ਰੇਟ 7263 ਰੁਪਏ ਪਹੁੰਚ ਗਿਆ। ਸੋਇਆਬੀਨ ਦੀ ਵੀ ਕੀਮਤ 436 ਰੁਪਏ ਦੇ ਵਾਧੇ ਨਾਲ 5328 ਤੱਕ ਪਹੁੰਚ ਗਈ ਹੈ। ਤਿਲ ਦੀ ਕੀਮਤ 579 ਰੁਪਏ ਦੇ ਇਜ਼ਾਫੇ ਨਾਲ 9846 ਰੁਪਏ ਹੋ ਗਈ ਹੈ ਅਤੇ 820 ਰੁਪਏ ਦੇ ਵਾਧੇ ਨਾਲ ਅਲਸੀ ਦਾ ਨਵਾਂ ਰੇਟ 9537 ਰੁਪਏ ਕਰ ਦਿੱਤਾ ਗਿਆ। ਇਹ ਸਾਰੀ ਕੀਮਤ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਮੁਤਾਬਕ ਕਿਸਾਨਾਂ ਦੀ ਲਾਗਤ ਤੋਂ 50% ਵੱਧ MSP ਨੂੰ ਮਨਜ਼ੂਰੀ ਦਿੱਤੀ ਗਈ ਹੈ। तीसरा ग्रुप है क्रॉप्स का, यह है ऑयल सीड्स। ऑयल सीड्स में ग्राउंडनट, सनफ्लावर सीड, सोयाबीन येलो, सेसमी सीड और नाइजर सीड, इन सब में भी कॉस्ट प्लस 50% का पूरा ध्यान रखा गया है। बहुत महत्वपूर्ण साथियों, क्योंकि किसानों को उनकी उपज का एक उचित मूल्य मिले, इसके लिए मोदी सरकार प्रतिबद्ध है और 10 वर्षों में इस प्रतिबद्धता को बहुत अच्छे तरीके से डेमोन्स्ट्रेट किया। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਹਰ ਸਾਲ ਫਸਲਾਂ ਦੀ MSP 'ਚ ਵਾਧਾ ਕੀਤਾ ਜਾਂਦਾ ਹੈ, ਜਿਸ ਦਾ ਇੱਕੋ ਇੱਕ ਮਕਸਦ ਦੇਸ਼ ਦੇ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਅਤੇ ਉਹਨਾਂ ਦੀ ਆਮਦਨ 'ਚ ਵਾਧਾ ਕਰਨਾ ਹੈ, ਜਿਸ ਦੇ ਤਹਿਤ ਹੀ MSP 'ਚ ਇਹ ਵਾਧਾ ਕੀਤਾ ਗਿਆ ਹੈ। ਬਿਊਰੋ ਰਿਪੋਰਟ, ਨਿਊਜ਼ 18। ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਖਿਲਾਫ ਅਕਾਲੀ ਦਲ ਨੇ ਲੁਧਿਆਣਾ 'ਚ ਧਰਨਾ ਦਿੱਤਾ। ਧਰਨੇ ਦੀ ਅਗਵਾਈ ਕਰ ਰਹੇ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਤੇ ਕਿਸਾਨਾਂ ਦੀ ਜ਼ਮੀਨ ਖੋਹਣ ਦੇ ਇਲਜ਼ਾਮ ਲਗਾਏ ਤਾਂ ਸਾਹਮਣਿਓਂ ਜਵਾਬ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ। ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦੇ ਵਿਰੋਧ 'ਚ ਅਕਾਲੀ ਦਲ ਹੁਣ ਸੜਕਾਂ ਤੇ ਉਤਰ ਆਇਆ ਹੈ। ਪਾਰਟੀ ਨੇ ਇਸ ਸਕੀਮ ਦੇ ਖਿਲਾਫ ਮੋਰਚਾ ਖੋਲ੍ਹਿਆ ਤੇ ਲੁਧਿਆਣਾ 'ਚ ਗਲਾਡਾ ਦਫ਼ਤਰ ਦੇ ਬਾਹਰ ਜੰਗ ਜ਼ਮੀਨ ਦੀ ਬੈਨਰ ਹੇਠ ਧਰਨਾ ਲਾਇਆ ਗਿਆ, ਜਿਸ 'ਚ ਸ਼ਾਮਲ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਕਿਸੇ ਕੀਮਤ ਤੇ ਕਿਸਾਨਾਂ ਦੀ ਜ਼ਮੀਨ ਦਾ ਕਬਜ਼ਾ ਨਹੀਂ ਹੋਣ ਦੇਣਗੇ ਤੇ ਜੇ ਲੋੜ ਪਈ ਤਾਂ ਇਸ ਦੇ ਖਿਲਾਫ ਕਾਨੂੰਨੀ ਲੜਾਈ ਵੀ ਲੜਨਗੇ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਨ ਤੇ ਪੰਜਾਬ 'ਚ ਕੋਈ ਬਾਹਰੀ ਵਿਅਕਤੀ ਜ਼ਮੀਨ ਨਹੀਂ ਲੈ ਸਕੇਗਾ। ਨਾਲ ਹੀ ਉਹਨਾਂ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨੇ ਲਾਏ। एक्वायर करदा मैं थोड़े नाल वादा करदा 1 इंच ਜ਼ਮੀਨ एक्वायर नहीं होने देवांगे अकाली दल सरदार सुखबीर सिंह। मैं अज कहना पंजाब की सरकार बनाओ अपनी, पंजाब विच भी खेती की जमीन कल्ली पंजाबी लैणगे, बाहर लोग नहीं असीं लैण देवांगे। ਜਦੋਂ भी पंजाब विच कोई भी ऐलान करते हैं कि जे किसी पुरानी सड़क नूं रिपेयर करन दा ही पत्थर रखते हैं, केजरीवाल आउंदा ਉਹਦੇ ਪਿੱਛੇ ਤਾਂ ਭਗਵੰਤ ਮਾਨ ਕੱਲਾ ਖੜਾ ਹੁੰਦਾ है। ਅਕਾਲੀ ਦਲ ਲੈਂਡ ਪੂਲਿੰਗ ਦੇ ਵਿਰੋਧ 'ਚ ਉਤਰਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਈ ਪ੍ਰੋਜੈਕਟਾਂ ਨੂੰ ਲੈ ਕੇ ਸੁਖਬੀਰ ਬਾਦਲ ਤੇ ਪਲਟਵਾਰ ਕੀਤੇ। ਵੀ ਓਕੇ ਹੋ ਗਿਆ, ਅਫਸਰਾਂ ਨੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਜਿੱਥੋਂ ਜਿੱਥੋਂ ਦੀ ਜਾਣਾ ਹੈ। ਹਾਈਵੇ ਸੁਖਬੀਰ ਬਾਦਲ ਦੇ ਹੋਰਾਂ ਦੇ ਜਿਹੜੇ
ਚੇਲੇ ਚਪਟੇ ਸੀ ਜਿਨ੍ਹਾਂ ਨੂੰ ਹੁਣ ਕਹਿੰਦਾ ਆਪ ਹੀ ਕਹਿੰਦਾ ਮੈਂ ਹੀ ਕਰੋੜਪਤੀ ਬਣਾਇਆ ਇਹ, ਉਹਨਾਂ ਨੇ ਲੈਣੀਆਂ ਸ਼ੁਰੂ ਕਰਤੀਆਂ। ਤੇ ਆਪਾਂ ਨੂੰ ਲੱਗਿਆ ਵੀ ਯਾਰ ਜ਼ਮੀਨ ਦੀ ਕੀਮਤ ਤਾਂ 20 ਲੱਖ ਸੀ, ਤਾਂ 50 ਲੱਖ ਦੇ ਜਾਂਦੇ ਨੇ, ਗਾਹਾਂ ਲੈ ਲਾਂਗੇ ਉਧਰ ਵੇਚ ਦਿੰਨੇ ਆ। ਵੇਚਤੀ। ਜਦੋਂ ਪਤਾ ਲੱਗਿਆ ਉੱਥੋਂ ਦੀ ਹਾਈਵੇ ਨਿਕਲਣਾ ਤਾਂ ਸਰਕਾਰ ਨੇ ਉਹੀ ਜ਼ਮੀਨ ਆਪਦੇ ਹੀ ਅਫਸਰਾਂ ਤੋਂ, ਆਪਦੇ ਹੀ ਲੀਡਰਾਂ ਤੋਂ 3-3 4-4 ਕਰੋੜ ਰੁਪਏ ਪਰ ਕਿੱਲੇ ਚ ਅਕਵਾਇਰ ਕੀਤੀ ਹੈ। ਦੱਸ ਦਈਏ ਕਿ ਸਰਕਾਰ ਦਾ ਲੁਧਿਆਣਾ ਚ ਅਰਬਨ ਸਟੇਟ ਬਣਾਉਣ ਦਾ ਪਲਾਨ ਹੈ, ਜਿਸ ਦੇ ਲਈ 32 ਪਿੰਡਾਂ ਦੀ ਕਰੀਬ 25,000 ਏਕੜ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ, ਜਿਸ ਦਾ ਅਕਾਲੀ ਦਲ